उम्मीदा मैं आया, मेरे खुदाया दे तू सहारा, मेरे खुदाया दे तू सहारा। जान विच जो ने गुना, तू है दयालु कर दे क्षमा। रूह जिस्म जान विच जो ने गुना, तू है दयालु कर दे क्षमा। अपनी कृपा दा रख साया, अपनी कृपा दा रख साया, मेरे खुदाया दे तू सहारा, मेरे खुदाया दे तू सहारा। रख के उम्मीदा में आया, रख के उम्मीदा में आया, मेरे खुदाया दे तू सहारा, मेरे खुदाया दे तू सहारा, मेरे खुदाया दे तू सहारा। ਭੂਮਿਕਾ। ਪੁਰਾਣੇ ਨੇਮ ਵਿੱਚ ਅਸੀਂ ਵੇਖਦੇ ਹਾਂ ਕਿ ਲੋਕ ਵਾਅਦਾ ਕੀਤੇ ਮਸੀਹਾ ਦੀ ਉਡੀਕ ਵਿੱਚ ਸਨ, ਪਰ ਉਹਨਾਂ ਖੁਦਾ ਦੇ ਵਚਨ ਨੂੰ ਅਣਹੌਲਿਆ ਕਰ ਰੱਖਿਆ ਸੀ। ਇਸ ਤੋਂ ਉਹਨਾਂ ਦੀ ਆਸ ਭੰਗ ਹੋ ਗਈ, ਉਹ ਮਾਯੂਸ ਹੋ ਗਏ ਅਤੇ ਉਹਨਾਂ ਦਾ ਦੇਸ਼ ਨਿਗਾਲਾ ਹੋ ਗਿਆ। ਉਹਨਾਂ ਵਿੱਚੋਂ ਕੁਝ ਸ਼ਮਯੋਨ ਅਤੇ ਹੰਨਾ ਵਰਗੇ ਇਸਰਾਏਲ ਦੇ ਦਿਲਾਸੇ ਅਤੇ ਯਰੂਸ਼ਲਮ ਦੀ ਮੁਕਤੀ ਦੀ ਉਡੀਕ ਵਿੱਚ ਸਨ। ਪ੍ਰਭੂ ਯੀਸ਼ੂ ਦੇ ਇਸ ਧਰਤੀ ਉਤਲੇ ਜੀਵਨ ਸਮੇਂ ਉਸਦੇ ਚੇਲੇ ਵੀ ਉਸ ਨੂੰ ਇੱਕ ਰਾਜਨੀਤਿਕ ਵਿਅਕਤੀ ਵਜੋਂ ਹੀ ਦੇਖ ਰਹੇ ਸਨ, ਜੋ ਉਸ ਕਿਸਮ ਦੀ ਆਜ਼ਾਦੀ ਅਤੇ ਪੂਰਨਤਾ ਲਿਆਵੇਗਾ ਜਿਸ ਦੀ ਉਹ ਇੱਛਾ ਰੱਖਦੇ ਸਨ। ਇਸ ਤਕਨੀਕੀ ਅਤੇ ਪਦਾਰਥਿਕ ਤਰੱਕੀ ਦੇ ਯੁੱਗਾਂ ਵਿੱਚ ਸਾਡੀਆਂ ਕੀ ਉਮੀਦਾਂ ਹਨ? ਅਸੀਂ ਕਿੰਨਾ ਗੱਲਾਂ ਵਿੱਚ ਆਪਣੀ ਆਸ ਰੱਖਦੇ ਹਾਂ। ਸਾਡਾ ਅਨੁਭਵ ਸਾਨੂੰ ਦੱਸਦਾ ਹੈ ਕਿ ਹਿੰਸਾ ਅਤੇ ਅਨਿਆਂ ਹੁਣ ਵੀ ਵੱਧ ਫੁੱਲ ਰਿਹਾ ਹੈ। ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਅਸੀਂ ਕਿਸ ਵਿੱਚ ਵਿਸ਼ਵਾਸ ਰੱਖਦੇ ਹਾਂ? ਇਹ ਸਾਨੂੰ ਪੂਰਨਤਾ ਵੱਲ ਆਪਣੇ ਆਪ ਤੋਂ ਨਹੀਂ ਲਿਜਾ ਸਕਦੇ ਹਨ। ਕਿ ਸਾਨੂੰ ਇਹ ਆਪਣੇ ਆਪ ਤੋਂ ਨਹੀਂ ਪੁੱਛਣਾ ਹੈ ਕਿ ਸਾਡੇ ਵਿੱਚ ਅਤੇ ਉਹਨਾਂ ਵਿੱਚ ਜੋ ਵਿਸ਼ਵਾਸ ਨਹੀਂ ਕਰਦੇ ਹਨ ਕੋਈ ਫਰਕ ਹੈ? ਅੱਜ ਅਸੀਂ ਆਪਣੇ ਈਮਾਨ ਦੀ ਘਾਟ ਵਜੋਂ ਮਾਫੀ ਮੰਗਦੇ ਹੋਏ ਖੁਦਾ ਅਤੇ ਉਸ ਦੇ ਵਚਨ ਵਿੱਚ ਆਪਣੇ ਵਿਸ਼ਵਾਸ ਦਾ ਆਰੰਭ ਕਰੀਏ। ਤੋਬਾ ਦਾ ਅਮਲ। ਐ ਮੇਰੇ ਖੁਦਾ, ਮੈਂ ਆਪਣੇ ਸਾਰੇ ਦਿਲ ਨਾਲ ਅਫਸੋਸ ਕਰਦੀ ਹਾਂ ਕਿਉਂ ਜੋ ਮੈਂ ਆਪਣੇ ਗੁਨਾਹਾਂ ਨਾਲ ਤੈਨੂੰ ਨਾਰਾਜ਼ ਕੀਤਾ, ਜਿਹੜਾ ਬੇਹੱਦ ਚੰਗਾ ਅਤੇ ਸਾਰੇ ਪਿਆਰ ਦੇ ਲਾਇਕ ਹੈ। ਨਾਲੇ ਮੈਂ ਪੱਕਾ ਇਰਾਦਾ ਕਰਦੀ ਹਾਂ ਕਿ ਤੇਰੇ ਪਾਕ ਫਜ਼ਲ ਦੀ ਮਦਦ ਨਾਲ ਫਿਰ ਗੁਨਾਹ ਨਹੀਂ ਕਰਾਂਗੀ ਅਤੇ ਗੁਨਾਹਾਂ ਦੇ ਰਾਹ ਤੋਂ ਦੂਰ ਰਹਾਂਗੀ। ਆਮੀਨ। ਨਿਮਰਤਾ ਲਈ ਪ੍ਰਾਰਥਨਾ। ਏ ਖੁਦਾ, ਜੋ ਹੰਕਾਰੀਆਂ ਉੱਤੇ ਕਾਬੂ ਰੱਖਦਾ ਹੈ ਅਤੇ ਨਿਮਰ ਲੋਕਾਂ ਤੇ ਆਪਣੇ ਫਜ਼ਲਾਂ ਦੀ ਵਰਖਾ ਕਰਦਾ ਹੈ, ਸਾਨੂੰ ਸੱਚੀ ਨਿਮਰਤਾ ਦੀ ਉਹ ਸਮਰੱਥਾ ਪ੍ਰਦਾਨ ਕਰ
ਜਿਹੜੀ ਤੇਰੇ ਇਕਲੌਤੇ ਬੇਟੇ ਨੇ ਆਪਣੇ ਆਪ ਵਿੱਚ ਇੱਕ ਉਦਾਹਰਨ ਵਜੋਂ ਵਿਸ਼ਵਾਸੀਆਂ ਨੂੰ ਵਿਖਾਈ ਹੈ ਕਿ ਅਸੀਂ ਆਪਣੇ ਹੰਕਾਰ ਦੁਆਰਾ ਕਦੀ ਵੀ ਤੁਹਾਨੂੰ ਦੁਖੀ ਨਾ ਕਰੀਏ, ਸਗੋਂ ਨਿਮਰਤਾ ਦੁਆਰਾ ਤੁਹਾਡੇ ਫਜ਼ਲ ਦਾ ਵਰਦਾਨ ਪ੍ਰਾਪਤ ਕਰੀਏ। ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। रूपक आगे प्रार्थना। ए रूपक इलाही मददगार, गरीबां दे बाप, दुखियां दे आसरे, दिलां दे नूर, रूहां नूं पाक करन वाले, मैनू अपनी हजूरी विच दंडवत होण दे। मैं अथा सत्कार नाल तेरी आराधना करदी हां। मैं हज़ारां वार तैनू धन कहंदी हां ਅਤੇ ਉਹਨਾਂ ਫਰਿਸ਼ਤਿਆਂ ਦੇ ਨਾਲ ਜੋ ਤੇਰੇ ਸਿੰਘਾਸਨ ਦੇ ਸਾਹਮਣੇ ਖੜੇ ਹਨ। ਮੈਂ ਵੀ ਕਹਿੰਦੀ ਹਾਂ, ਪਾਕ ਪਾਕ ਪਾਕ। ਮੈਂ ਪੱਕਾ ਈਮਾਨ ਰੱਖਦੀ ਹਾਂ ਕਿ ਤੁਸੀਂ ਸਦੀਵੀ ਹੋ ਅਤੇ ਬਾਪ ਅਤੇ ਬੇਟੇ ਨਾਲ ਮਿਲ ਕੇ ਇੱਕ ਹੀ ਮੂਲ ਤੱਤ ਹੋ। ਮੈਂ ਤੁਹਾਡੀ ਭਲਾਈ ਤੇ ਆਸ ਰੱਖਦੀ ਹਾਂ ਕਿ ਤੁਸੀਂ ਜ਼ਰੂਰ ਮੇਰੀ ਰੂਹ ਦਾ ਬਚਾਓ ਕਰੋਗੇ ਅਤੇ ਉਸ ਨੂੰ ਪਵਿੱਤਰ ਕਰੋਗੇ। ਐ ਰੱਬੀ ਪਿਆਰ, ਮੈਂ ਇਸ ਸੰਸਾਰ ਦੀਆਂ ਸਾਰੀਆਂ ਵਸਤੂਆਂ ਤੋਂ ਕਿਤੇ ਵੱਧ ਆਪਣੀ ਪੂਰੀ ਭਾਵਨਾ ਨਾਲ ਤੁਹਾਨੂੰ ਪਿਆਰ ਕਰਦੀ ਹਾਂ, ਕਿਉਂਕਿ ਤੁਸੀਂ ਇਕੱਲੇ ਅਸੀਮ ਭਲਾਈ ਦੇ ਮਾਲਿਕ, ਮੇਰੇ ਸਭ ਪਿਆਰ ਦੇ ਯੋਗ ਹੋ। ਆਪਣੀ ਨਾ ਸ਼ੁਕਰਗੁਜ਼ਾਰੀ ਅਤੇ ਅਗਿਆਨਤਾ ਸਦਕਾ ਮੈਂ ਆਪਣੇ ਪਾਪਾਂ ਦੁਆਰਾ ਅਕਸਰ ਤੁਹਾਨੂੰ ਨਾਰਾਜ਼ ਕੀਤਾ ਹੈ। ਆਪਣੀਆਂ ਅੱਖਾਂ ਵਿੱਚ ਹੰਝੂ ਭਰਦੇ ਹੋਏ ਕਿਸੇ ਵੀ ਬੁਰਾਈ ਤੋਂ ਕਿਤੇ ਉੱਚ ਭਲਾਈ ਵਾਲੇ ਮੈਂ ਤੁਹਾਨੂੰ ਨਾਰਾਜ਼ ਕਰਨ ਤੇ ਮਾਫੀ ਮੰਗਦੀ ਹਾਂ। ਮੈਂ ਤੁਹਾਨੂੰ ਆਪਣਾ ਅਤੀ ਦਾ ਠੰਡਾ ਦਿਲ ਭੇਟ ਕਰਦੀ ਹਾਂ ਅਤੇ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਇਸ ਨੂੰ ਆਪਣੇ ਨੂਰ ਦੀ ਕਿਰਨ ਨਾਲ ਵਿੰਨ ਦੇਵੋ ਅਤੇ ਤੁਹਾਡੀ ਅੱਗ ਦੀ ਚਿੰਗਾੜੀ ਮੇਰੇ ਪਾਪਾਂ ਦੀ ਕਠੋਰ ਬਰਫ਼ ਨੂੰ ਪਿਘਲਾ ਦੇਵੇ। ਤੁਸੀਂ ਅਤੀ ਪਵਿੱਤਰ ਮਰੀਮ ਦੀ ਰੂਹ ਨੂੰ ਫਜ਼ਲਾਂ ਦੀ ਬਹੁਤਾਤ ਨਾਲ ਭਰ ਦਿੱਤਾ ਅਤੇ ਪਵਿੱਤਰ ਜੋਸ਼ ਨਾਲ ਰਸੂਲਾਂ ਦੇ ਦਿਲਾਂ ਨੂੰ ਉਤੇਜਿਤ ਕੀਤਾ। ਮੈਂ ਬੇਨਤੀ ਕਰਦੀ ਹਾਂ ਕਿ ਮੇਰਾ ਦਿਲ ਵੀ ਤੁਹਾਡੇ ਪਿਆਰ ਨਾਲ ਰੋਸ਼ਨ ਹੋ ਜਾਵੇ। ਤੁਸੀਂ ਇਲਾਹੀ ਰੂਹ ਹੋ, ਸਭ ਦੁਸ਼ਟ ਆਤਮਾਵਾਂ ਵਿਰੁੱਧ ਮੈਨੂੰ ਹੌਸਲਾ ਪ੍ਰਦਾਨ ਕਰੋ। ਤੁਸੀਂ ਅੱਗ ਹੋ, ਮੈਨੂੰ ਆਪਣੇ ਪਿਆਰ ਦੀ ਤੀਬਰ ਇੱਛਾ ਵਿੱਚ ਜਲਾਓ। ਤੁਸੀਂ ਨੂਰ ਹੋ, ਸਦੀਵੀ ਵਸਤਾਂ ਦੇ ਗਿਆਨ ਮੇਰੇ ਮਨ ਨੂੰ ਰੋਸ਼ਨ ਕਰੋ। ਤੁਸੀਂ ਭੋਲੇਪਨ ਦੀ ਮੂਰਤ ਹੋ, ਮੈਨੂੰ ਜੀਵਨ ਦੀ ਮਾਸੂਮੀਅਤ ਪ੍ਰਦਾਨ ਕਰੋ। ਤੁਸੀਂ ਸ਼ਾਂਤ ਪਵਨ ਹੋ, ਮੇਰੇ ਦੁੱਖਾਂ ਦੇ ਤੂਫਾਨ ਨੂੰ ਦੂਰ ਕਰ ਦਿਓ। ਤੁਸੀਂ ਜੀਬ ਹੋ, ਮੈਨੂੰ ਸਿਖਾਓ ਕਿ ਕਿਵੇਂ ਸਦਾ ਤੁਹਾਨੂੰ ਮੁਬਾਰਕ ਆਖਾਂ। ਤੁਸੀਂ ਬੱਦਲ ਹੋ, ਮੈਨੂੰ ਆਪਣੀ ਸੁਰੱਖਿਆ ਦੀ ਛਾਂ ਹੇਠ ਪਨਾਹ ਦਿਓ ਅਤੇ ਅਖੀਰ ਵਿੱਚ ਤੁਸੀਂ ਸਭ ਆਸਮਾਨੀ ਦਾਤਾਂ ਬਖਸ਼ਣ ਵਾਲੇ ਹੋ। ਮੈਂ ਬੇਨਤੀ ਕਰਦੀ ਹਾਂ, ਆਪਣੇ ਫਜ਼ਲ ਨਾਲ ਮੈਨੂੰ ਉਤਸ਼ਾਹਿਤ ਕਰੋ, ਆਪਣੇ ਪਿਆਰ ਨਾਲ ਮੈਨੂੰ ਪਵਿੱਤਰ ਕਰੋ, ਆਪਣੇ ਗਿਆਨ ਨਾਲ ਮੈਨੂੰ ਰੋਸ਼ਨ ਕਰੋ, ਆਪਣੀ ਭਲਾਈ ਦੁਆਰਾ ਮੈਨੂੰ ਆਪਣਾ ਬੱਚਾ ਕਬੂਲ ਕਰੋ ਅਤੇ ਆਪਣੀ ਅਸੀਮ ਦਇਆ ਵਿੱਚ ਮੈਨੂੰ ਸੰਭਾਲ ਕੇ ਰੱਖੋ, ਤਾਂ ਕਿ ਮੈਂ ਸਦਾ ਤੁਹਾਡਾ ਧੰਨਵਾਦ ਕਰਾਂ, ਤੁਹਾਡੀ ਮਹਿਮਾ ਕਰਾਂ ਅਤੇ ਬਾਪ ਅਤੇ ਬੇਟੇ ਨਾਲ ਮਿਲ ਕੇ ਪਹਿਲਾਂ ਇਸ ਧਰਤੀ ਦੇ ਜੀਵਨ ਦੌਰਾਨ ਅਤੇ ਫਿਰ ਅਨੰਤ ਕਾਲ ਤੱਕ ਸਵਰਗ ਵਿੱਚ ਤੁਹਾਨੂੰ ਪਿਆਰ ਕਰਦਾ ਰਹਾਂ। ਆਮੀਨ। ਯਸ਼ਾਇਆ ਨਬੀ ਦਾ ਗ੍ਰੰਥ ਉਸ ਦਾ 11 ਅਧਿਆਇ 1 ਅਤੇ 2 ਆਇਤ। ਯੱਸੇ ਅਰਥਾਤ ਦਾਊਦ ਦਾ ਵੰਸ਼ ਇੱਕ ਵੱਡੇ ਰੁੱਖ ਦੇ ਟੁੰਡ ਵਾਂਗ ਹੋਵੇਗਾ, ਜਿਸ ਤੋਂ ਨਵੀਆਂ ਟਹਿਣੀਆਂ
ਪੁੰਗਰਨੀਆਂ ਸ਼ੁਰੂ ਹੋਣ। ਇਸ ਲਈ ਉਸੇ ਤਰ੍ਹਾਂ ਦਾਊਦ ਦੇ ਵੰਸ਼ ਵਿੱਚੋਂ ਇੱਕ ਰਾਜਾ ਜਨਮ ਲਵੇਗਾ। ਪ੍ਰਭੂ ਦਾ ਆਤਮਾ ਉਸ ਨੂੰ ਸਮਝ ਅਤੇ ਗਿਆਨ ਦੇਵੇਗਾ। ਉਹ ਉਸ ਨੂੰ ਰਾਜ ਕਰਨ ਲਈ ਬੁੱਧੀ ਅਤੇ ਬਲ ਦੇਵੇਗਾ। ਉਹ ਉਸ ਨੂੰ ਪ੍ਰਭੂ ਦਾ ਗਿਆਨ ਅਤੇ ਡਰ ਦੇਵੇਗਾ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਤੇਰੀਆਂ ਸਿਫਤਾਂ ਦੀ ਗੋਨੀਆਂ ਗੀਤ ਕਰਨਾ ਸ਼ੁਕਰੇ ਖੁਦਾ। ਤੇਰੀਆਂ ਸਿਫਤਾਂ ਦੀ ਗੋਨੀਆਂ ਗੀਤ ਕਰਨਾ ਸ਼ੁਕਰੇ ਖੁਦਾ। ਮੇਰੇ ਰੱਬ ਆਏ ਹੈ ਚੰਗੀ ਰੀਤ ਕਰਨਾ ਸ਼ੁਕਰੇ ਖੁਦਾ। ਮੇਰੇ ਰੱਬ ਆਏ ਹੈ ਚੰਗੀ ਰੀਤ ਕਰਨਾ ਸ਼ੁਕਰੇ ਖੁਦਾ। ਵੱਡੇ ਤੇ ਵੇਲੇ ਸ਼ਫਕਤ ਤੇਰੀ, ਵੱਡੇ ਤੇ ਵੇਲੇ ਸ਼ਫਕਤ ਤੇਰੀ, ਰਾਤ ਦੇ ਵੇਲੇ ਰਹਿਮਤ ਤੇਰੀ, ਰਾਤ ਦੇ ਵੇਲੇ ਰਹਿਮਤ ਤੇਰੀ, ਕਰੀਏ ਯਾਦ ਸਦਾ ਕੇ ਕਰਨਾ ਸ਼ੁਕਰੇ ਖੁਦਾ। ਮੇਰੇ ਸਿਫਤਾਂ ਦੀ ਗੋਨੀਆਂ ਗੀਤ ਕਰਨਾ ਸ਼ੁਕਰੇ ਖੁਦਾ। ਮੇਰੇ ਰੱਬ ਆਏ ਹੈ ਚੰਗੀ ਰੀਤ ਕਰਨਾ ਸ਼ੁਕਰੇ ਖੁਦਾ। ਕਰਨਾ ਸ਼ੁਕਰੇ ਖੁਦਾ। के करना शुक्र खुदा, के करना शुक्र खुदा। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਲੋਕਾਂ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। 4 ਬਾਬ 16 ਏ ਤੋਂ ਲੈ ਕੇ 21 ਏ ਤੱਕ। ਫਿਰ ਉਹ ਨਸਰਤ ਆਇਆ ਜਿੱਥੇ ਉਸ ਦਾ ਪਾਲਣ ਪੋਸ਼ਣ ਹੋਇਆ ਸੀ, ਅਤੇ ਉਹ ਸਬਤ ਦੇ ਦਿਨ ਆਪਣੀ ਰੀਤ ਅਨੁਸਾਰ ਸਿਨਗੋਗ ਵਿੱਚ ਗਿਆ। ਉਹ ਪੜ੍ਹਨ ਲਈ ਖੜਾ ਹੋ ਗਿਆ ਅਤੇ ਉਸ ਨੂੰ ਨਬੀ ਯਸ਼ਯਾ ਦੀ ਪੁਸਤਕ ਦਿੱਤੀ ਗਈ। ਉਸਨੇ ਪੁਸਤਕ ਖੋਲ੍ਹ ਕੇ ਉਹ ਜਗ੍ਹਾ ਖੜੀ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਕਿਉਂਕਿ ਉਸਨੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਮੇਰਾ ਅਭਿਸ਼ੇਕ ਕੀਤਾ ਹੈ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਕੈਦੀਆਂ ਨੂੰ ਰਿਹਾਈ ਦੇਵਾਂ ਅਤੇ ਅੰਨ੍ਹਿਆਂ ਨੂੰ ਸੁਜਾ ਕੇ ਹੋਣ ਦਾ ਐਲਾਨ ਕਰਾਂ, ਅਤੇ ਦਬਾਏ ਹੋਏ ਲੋਕਾਂ ਨੂੰ ਆਜ਼ਾਦ ਕਰਾਂ, ਅਤੇ ਪ੍ਰਭੂ ਦੇ ਮਨ ਭਾਵੋ ਦੇ ਸਾਲ ਦਾ ਐਲਾਨ ਕਰਾਂ। ਫਿਰ ਉਸਨੇ ਪੁਸਤਕ ਬੰਦ ਕਰਕੇ ਮੁੜ ਸੇਵਕ ਨੂੰ ਦੇ ਦਿੱਤੀ ਅਤੇ ਬੈਠ ਗਿਆ। ਸਿਨਗੋਗ ਵਿੱਚ ਸਾਰੇ ਲੋਕਾਂ ਦੀਆਂ ਅੱਖਾਂ ਉਸ ਉੱਤੇ ਟਿਕੀਆਂ ਸਨ। ਉਹ ਉਹਨਾਂ ਨੂੰ ਕਹਿਣ ਲੱਗਾ, ਧਰਮ ਗ੍ਰੰਥ ਦਾ ਇਹ ਬੋਲ ਅੱਜ ਤੁਹਾਡੇ ਸੁਣਿਆ ਹੀ ਪੂਰਾ ਹੋਇਆ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਇਹਨਾਂ ਭਵਿੱਖ ਸੂਚਕ ਸ਼ਬਦਾਂ ਅਤੇ ਹੋਰ ਭਵਿੱਖ ਬਾਣੀਆਂ ਦੁਆਰਾ ਖੁਦਾ ਵਾਅਦੇ ਦੀ
ਭਾਸ਼ਾ ਵਿੱਚ ਆਪਣੇ ਲੋਕਾਂ ਦੇ ਦਿਲਾਂ ਨਾਲ ਬੋਲਦਾ ਹੈ। ਸੰਤ ਪਤਰਸ ਨੇ ਇਹਨਾਂ ਭਵਿੱਖਬਾਣੀਆਂ ਦੇ ਪੂਰਨਤਾ ਦੀ ਘੋਸ਼ਣਾ ਪੈਂਤਕੋਸਤਾ ਦੇ ਦਿਹਾੜੇ ਦੀ ਸਵੇਰੇ ਨੂੰ ਕੀਤੀ। ਇਹਨਾਂ ਵਾਅਦਿਆਂ ਦਾ ਅਰਥ ਕੀ ਹੈ? ਇਹ ਘੋਸ਼ਣਾ ਕਰਦੇ ਹਨ ਕਿ ਆਖਰੀ ਸਮੇਂ ਵਿੱਚ ਪ੍ਰਭੂ ਦਾ ਆਤਮਾ ਉਹਨਾਂ ਵਿੱਚ ਨਵਾਂ ਕਾਨੂੰਨ ਲਿਖਦੇ ਹੋਏ ਲੋਕਾਂ ਦੇ ਦਿਲਾਂ ਨੂੰ ਨਵਾਂ ਕਰੇਗਾ। ਉਹ ਕਿਲਰੇ ਅਤੇ ਵੰਡੇ ਹੋਏ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਵਿੱਚ ਮੁੜ ਮਿਲਾਪ ਕਰਾਏਗਾ। ਉਹ ਪਹਿਲੀ ਸ੍ਰਿਸ਼ਟੀ ਨੂੰ ਬਦਲ ਦੇਵੇਗਾ ਅਤੇ ਉੱਥੇ ਆਪਣੇ ਲੋਕਾਂ ਨਾਲ ਸ਼ਾਂਤੀ ਵਿੱਚ ਵਾਸ ਕਰੇਗਾ। ਪ੍ਰਭੂ ਯੀਸ਼ੂ ਨੂੰ ਸੁਣਨ ਵਾਲੇ ਦੋ ਕਿਸਮ ਦੇ ਲੋਕ ਆਏ। ਪਹਿਲੀ ਕਿਸਮ ਵਿੱਚ ਅਮੀਰ ਅਤੇ ਸ਼ਕਤੀ ਸੰਪੰਨ ਲੋਕ ਸਨ, ਜੋ ਸਮਾਜ ਵਿੱਚ ਆਪਣੇ ਰੁਤਬੇ ਕਾਰਨ ਪ੍ਰਭਾਵਸ਼ਾਲੀ ਸਨ। ਉਹਨਾਂ ਪ੍ਰਭੂ ਨੂੰ ਅਪਵਾਦਾਂ ਕਾਰਨ ਉਸਦੇ ਵਚਨ ਨੂੰ ਕਬੂਲ ਨਾ ਕੀਤਾ। ਦੂਸਰੀ ਕਿਸਮ ਦੇ ਲੋਕ ਗਰੀਬ ਅਤੇ ਅਨਪੜ੍ਹ, ਸ਼ਕਤੀਵਿਹੀਨ ਅਤੇ ਅਸੁਰੱਖਿਅਤ ਸਨ, ਜਿਨ੍ਹਾਂ ਪ੍ਰਭੂ ਨੂੰ ਸੁਣਿਆ ਅਤੇ ਉਸ ਉੱਤੇ ਭਰੋਸਾ ਕੀਤਾ। ਪ੍ਰਭੂ ਦੇ ਚੇਲੇ ਵੀ ਦੂਸਰੀ ਕਿਸਮ ਦੇ ਲੋਕਾਂ ਵਿੱਚ ਹੀ ਸਨ। ਇਹਨਾਂ ਕਿਸਮਾਂ ਵਿੱਚੋਂ ਅਸੀਂ ਕਿਸ ਨਾਲ ਸੰਬੰਧ ਰੱਖਦੇ ਹਾਂ? ਕੀ ਅਸੀਂ ਆਪਣੀ ਸਥਿਤੀ ਪ੍ਰਤੀ ਸੰਤੁਸ਼ਟ, ਸਮਾਜਿਕ ਪੱਧਰ ਅਤੇ ਸੁਰੱਖਿਅਤ ਅਤੇ ਉਸ ਪੱਧਰ ਤੱਕ ਸਿੱਖਿਆ ਪ੍ਰਾਪਤ ਹਾਂ ਕਿ ਅਸੀਂ ਆਪਣੇ ਮੁਕਤੀਦਾਤੇ ਦੀ ਲੋੜ ਦਾ ਅਹਿਸਾਸ ਹੀ ਨਾ ਕਰੀਏ, ਜਾਂ ਅਸੀਂ ਆਪਣੀਆਂ ਸਮੱਸਿਆਵਾਂ ਅਤੇ ਸਮਾਜਿਕ ਅਨਿਆਂ ਪ੍ਰਤੀ ਆਪਣੀ ਅਯੋਗਤਾ ਤੋਂ ਜਾਣੂ ਹਾਂ ਕਿ ਅਸੀਂ ਆਪਣੀਆਂ ਲੋੜਾਂ ਲਈ ਪ੍ਰਭੂ ਯੀਸ਼ੂ ਕੋਲ ਆ ਕੇ ਸਹਾਇਤਾ ਮੰਗੀਏ। ਸਾਡਾ ਪ੍ਰਾਰਥਨਾਮਈ ਜੀਵਨ ਇਸ ਦਾ ਸੰਕੇਤਕ ਹੈ। ਕੀ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਮੁਕਤੀਦਾਤਾ ਸਾਡੇ ਉੱਤੇ ਅਤੇ ਉਸ ਸੰਸਾਰ ਉੱਤੇ ਜੀਵਨ ਵਿੱਚ ਅਸੀਂ ਰਹਿੰਦੇ ਹਾਂ ਆਪਣਾ ਰੂਪ ਭੇਜੇ, ਜਾਂ ਸਾਨੂੰ ਬਿਲਕੁਲ ਹੀ ਪ੍ਰਾਰਥਨਾ ਦਾ ਤਿਆਗ ਕਰ ਦੇਣਾ ਹੈ? ਪ੍ਰਭੂ ਯੀਸ਼ੂ ਨੇ ਉਸ ਉੱਪਰ ਆਉਣ ਵਾਲੇ ਪ੍ਰਭੂ ਦੇ ਰੂਪਕ ਦਾ ਪ੍ਰਭਾਵ ਗਰੀਬਾਂ, ਦੁਖੀਆਂ ਅਤੇ ਬੇਸਹਾਰਿਆਂ ਪ੍ਰਤੀ ਦਇਆ ਦ੍ਰਿਸ਼ਟੀ ਪ੍ਰਗਟ ਕਰ ਵਿਖਾਇਆ। ਉਹ ਰੂਪਕ ਸਾਡੇ ਬਪਤਿਸਮੇ ਦੇ ਸਮੇਂ ਸਾਡੇ ਉੱਤੇ ਆਇਆ ਕਿ ਅਸੀਂ ਉਸ ਦੀ ਅਗਵਾਈ ਹੇਠ ਚੱਲ ਸਕੇ, ਜਿਵੇਂ ਕਿ ਪ੍ਰਭੂ ਯੀਸ਼ੂ ਚੱਲਿਆ ਸੀ। ਕੀ ਅਸੀਂ ਅੱਜ ਉਹਨਾਂ ਲੋਕਾਂ ਬਾਰੇ ਚਿੰਤਿਤ ਹਾਂ ਜੋ ਵੱਡੀ ਹਿੰਦੀ ਵਿੱਚ ਸਾਡੇ ਸਮਾਜ ਵਿੱਚ ਰਹੇ ਅਨਿਆਂ ਤੋਂ ਪੀੜਿਤ ਹਨ? ਅਸੀਂ ਇਸ ਬਾਰੇ ਕੀ ਕਰ ਰਹੇ ਹਾਂ? ਕੀ ਸਾਡੇ ਘਰਾਂ ਵਿੱਚ ਕੋਈ ਹੈ ਜਿਸ ਨੂੰ ਸਾਡੀ ਸਹਾਇਤਾ ਦੀ ਲੋੜ ਹੈ, ਜਾਂ ਉਹਨਾਂ ਵਿੱਚੋਂ ਕੋਈ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ ਸਾਡੀ ਸਹਾਇਤਾ ਚਾਹੁੰਦਾ ਹੈ? ਕੀ ਅਸੀਂ ਰੂਪਕ ਦੀ ਆਵਾਜ਼ ਵੱਲ ਧਿਆਨ ਕਰਦੇ ਹਾਂ ਜਿਵੇਂ ਪ੍ਰਭੂ ਯੀਸ਼ੂ ਜੀ ਨੇ ਕੀਤਾ ਅਤੇ ਉਹਨਾਂ ਦੀ ਸਹਾਇਤਾ ਲਈ ਜਾਣਦੇ ਹਾਂ? ਇਹ ਸਾਡੀ ਸੇਵਕਾਈ ਹੈ। ਜਿਵੇਂ ਅਸੀਂ ਆਪਣੇ ਲਈ ਖੁਦਾ ਦੇ ਪਿਆਰ ਵਿੱਚ ਭਾਗੀਦਾਰ ਹੁੰਦੇ ਹਾਂ, ਉਸੇ ਤਰ੍ਹਾਂ ਅਸੀਂ ਉਹਨਾਂ ਵਿੱਚ ਪਿਆਰ ਵੰਡਣ ਅਤੇ ਉਹਨਾਂ ਪ੍ਰਤੀ ਚਿੰਤਿਤ ਰਹਿਣ ਲਈ ਗਵਾਹ ਵਜੋਂ
बुलाए गए हाँ। रूहे पाक उतरा, ए रूहे पाक उतरा, उतरा उतरा उतरा, ए रूहे पाक उतरा, उतरा उतरा उतरा, ए रूहे पाक उतरा। पाक रूहे आ मेरे दिल दे अंदर, पाक रूहे आ मेरे दिल दे अंदर, बन जावा मैं तेरा मंदिर, बन जावा मैं तेरा मंदिर, अपना रा मैनू दिखला, अपना रा मैनू दिखला। उतरिया उतरिया उतरिया, हे रूहे पाक उतरिया, उतरिया उतरिया उतरिया, हे रूहे पाक उतरिया, हे रूहे पाक उतरा, हे रूहे पाक उतरा। ਅਸੀਂ ਪ੍ਰਾਰਥਨਾ ਕਰੀਏ। ਬਾਪ, ਬੇਟਾ ਅਤੇ ਰੂਹ ਪਾਕ मैं जानती हाँ कि मेरा शरीर ਤੁਹਾਡਾ ਮੰਦਿਰ ਹੈ। ਮੈਂ ਮੰਨਦੀ ਅਤੇ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਮੇਰੇ ਜੀਵਨ ਦੇ ਸਰੋਤ, ਸਰਵ ਸ਼ਕਤੀਮਾਨ ਖੁਦਾ, ਸਾਡੇ ਰਚਨਹਾਰੇ ਹੋ। ਮੇਰਾ ਸਮੁੱਚਾ ਸਰੀਰ ਤੁਹਾਡੇ ਵੱਲੋਂ ਪ੍ਰਾਪਤ ਜੀਵਨ ਅਤੇ ਪਿਆਰ ਨਾਲ ਭਰਿਆ ਹੋਇਆ ਹੈ। ਐ ਪ੍ਰਭੂ ਯਿਸੂ, ਮੈਨੂੰ ਆਪਣੇ ਬਹੁਮੁੱਲੇ ਖੂਨ ਨਾਲ ਛੂ ਲਵੋ ਅਤੇ ਮੇਰੇ ਸਾਰੇ ਗੁਨਾਹ ਧੋ ਦੇਵੋ। ਮੈਂ ਆਪਣੇ ਇੱਕ ਇੱਕ ਗੁਨਾਹ ਲਈ ਤੁਹਾਡੇ ਕੋਲੋਂ ਮਾਫੀ ਮੰਗਦੀ ਹਾਂ। ਮੇਰੇ ਸਾਰੇ ਜ਼ਖਮਾਂ, ਗੁੱਸੇ, ਮੰਦ ਭਾਵਨਾਵਾਂ, ਸਭ ਦੁਖਦਾਈ ਯਾਦਾਂ ਜੋ ਹੌਲੀ ਹੌਲੀ ਮੇਰੇ ਵਿੱਚ ਗਹਿਰੀਆਂ ਹੁੰਦੀਆਂ ਜਾ ਰਹੀਆਂ ਹਨ, ਤੂੰ ਮੈਨੂੰ ਚੰਗਾਈ ਦੇ। ਹੈ ਪ੍ਰਭੂ, ਮੈਂ ਤੁਹਾਡੇ ਵਿਰੁੱਧ ਅਤੇ ਆਪਣੇ ਗੁਆਂਢੀ ਵਿਰੁੱਧ ਪਾਪ ਕੀਤਾ ਹੈ। ਐ ਪ੍ਰਭੂ ਯਿਸੂ, ਤੁਸੀਂ ਪਾਕ ਸ਼ਰਾਕਤ ਵਿੱਚ ਹਾਜ਼ਰ ਹੋ। ਮੇਰੇ ਦਿਲ ਵਿੱਚ ਆ ਜਾਓ। ਜਦੋਂ ਤੁਸੀਂ ਮੇਰੇ ਦਿਲ ਵਿੱਚ ਹੋ, ਮੈਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਤੁਸੀਂ ਖੁਦਾ ਦੇ ਬੇਟੇ ਹੋ ਅਤੇ ਮੇਰੇ ਦਿਲ ਵਿੱਚ ਤੁਸੀਂ ਮੇਰੇ ਨੇੜੇ ਹੋ। ਤੁਹਾਡੇ ਵਿੱਚ ਜੀਵਨ ਹੈ ਅਤੇ ਤੁਹਾਡੇ ਜੀਵਨ ਵਿੱਚ, ਐ ਪ੍ਰਭੂ ਯਿਸੂ, ਮੈਂ ਜੀਵਨ ਪਾਇਆ ਹੈ। ਤੁਸੀਂ ਰਤ ਵਹਾਣ ਦੀ ਔਰਤ ਨੂੰ ਛੂਹਿਆ ਅਤੇ ਉਸ ਨੂੰ ਚੰਗਾ ਕੀਤਾ ਹੈ। ਮੇਰੇ ਉੱਤੇ ਦਇਆ ਕਰੋ। ਇਹ ਤੁਸੀਂ ਹੋ ਜੋ ਆਪਣੀ ਸ਼ਕਤੀ ਨਾਲ ਮੇਰੀ ਅਗਵਾਈ ਕਰਦੇ ਹੋ ਅਤੇ ਆਪਣੀ ਹਜ਼ੂਰੀ ਵਿੱਚ ਧਰਮੀ ਠਹਿਰਾਉਂਦੇ ਹੋ। ਹੈ ਪ੍ਰਭੂ, ਤੁਸੀਂ ਸਰਵ ਸ਼ਕਤੀਮਾਨ ਹੋ, ਤੁਸੀਂ ਦਇਆਵਾਨ ਹੋ। ਤੁਸੀਂ ਮੈਨੂੰ ਛੂਹਿਆ ਹੈ ਅਤੇ ਮੈਨੂੰ ਮੇਰੀ ਰੂਹ ਦੀਆਂ, ਮਨ ਅਤੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਤੋਂ ਚੰਗਾਈ ਦਿੱਤੀ ਹੈ। ਤੁਹਾਡੇ ਵੱਲੋਂ ਮੈਨੂੰ ਨੇੜੇ ਲਿਆਉਣ ਲਈ, ਮੈਨੂੰ ਪਿਆਰ ਕਰਨ ਅਤੇ ਮੇਰਾ ਬਚਾਓ ਕਰਨ ਲਈ ਅਤੇ ਮੈਨੂੰ ਪੂਰੀ ਤਰ੍ਹਾਂ ਚੰਗਾਈ ਦੇਣ ਲਈ ਮੈਂ ਵਿਸ਼ੇਸ਼ ਕਰਕੇ ਤੁਹਾਡਾ ਧੰਨਵਾਦ ਕਰਦੀ ਹਾਂ। ਆਪਣੇ ਦਿਲ ਦੇ ਗਹਿਰੇ ਵਿਸ਼ਵਾਸ ਨਾਲ ਮੇਰੇ ਪਿਆਰੇ ਯਿਸੂ, ਮੈਂ ਤੁਹਾਡੀ ਆਰਾਧਨਾ ਕਰਦੀ ਹਾਂ, ਜੋ ਬਾਪ ਅਤੇ ਰੂਹ ਪਾਕ ਨਾਲ ਮਿਲ ਕੇ ਇੱਕ ਖੁਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ,
ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। आमीन। प्रार्थना पवन दी माँ मेरी प्यारी माँ, प्रार्थना पवन दी माँ मेरी प्यारी माँ, तेरी बेटे अगे प्रार्थना करना, तेरी बेटे अगे प्रार्थना